ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦਾ ਮੌਸਮ ਬੜਾ ਸੋਹਣਾ ਰਿਹਾ ਤੇ ਆਮ ਦੇ ਨਾਲੋਂ ਤਾਪਮਾਨ 5 ਤੋਂ ਲੈ ਕੇ 7 ਡਿਗਰੀਆਂ ਤੱਕ ਥੱਲੇ ਆ ਗਿਆ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ। ਕਈ ਥਾਵਾਂ ਤੇ ਭਰਵਾਂ ਮੀਂਹ, ਕਈ ਥਾਵਾਂ ਤੇ ਕਿਣਮਣ, ਕਈ ਥਾਵਾਂ ਤੇ ਬੱਦਲਵਾਈ ਤੇ ਕਈ ਥਾਵਾਂ ਤੇ ਝੱਖੜ ਝੁੱਲਾ। ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਮੌਸਮ ਸੋਹਣਾ ਬਣ ਗਿਆ। ਗਰਮੀ ਬਹੁਤ ਰਹੀ ਹੈ 15 ਦਿਨ ਲਗਭਗ, ਤੇ ਗਰਮੀ ਤੋਂ ਰਾਹਤ ਲੋਕਾਂ ਨੇ ਮਹਿਸੂਸ ਕੀਤੀ ਹੈ। ਪਸ਼ੂ ਪੰਛੀਆਂ ਨੇ ਵੀ ਕੀਤੀ ਆ, ਆਮ ਲੋਕਾਂ ਨੇ ਵੀ। ਦਰਖਤ ਧੋਤੇ ਗਏ ਆ, ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ। ਮੀਂਹ ਦੀ ਜ਼ਰੂਰਤ ਵੀ ਸੀ, ਪਰ ਵੱਡੀ ਰਾਹਤ ਆ ਜਿਹੜੀ ਉਹ, ਜਿਵੇਂ ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਪਾਵਰਕਾਮ ਵਿਭਾਗ ਨੇ ਕੀਤੀ ਆ। ਬਿਜਲੀ ਦੀ ਮੰਗ 15,000 ਮੈਗਾਵਾਟ ਤੱਕ ਪਹੁੰਚ ਗਈ ਸੀ, ਜਿਹਦੇ ਕਰਕੇ ਇਸ ਵੇਲੇ ਕੱਟ ਵੀ ਲੱਗਣੇ ਸ਼ੁਰੂ ਹੋਏ ਸੀ ਤੇ ਜਿਹਦੇ ਕਰਕੇ ਇਸ ਵੇਲੇ ਮੀਂਹ ਦੀ ਲੋੜ ਵੀ ਮਹਿਸੂਸ ਹੁੰਦੀ ਸੀ। ਮੀਂਹ ਦੇ ਨਾਲ ਲੋੜ ਪੂਰੀ ਹੋਈ ਤਾਂ ਉਸ ਤੋਂ ਬਾਅਦ ਤਾਪਮਾਨ ਥੱਲੇ ਆਇਆ, ਏਸੀ ਚੱਲਣੇ ਘਟੇ ਤੇ ਹੁਣ ਪਾਵਰਕਾਮ ਡਿਪਾਰਟਮੈਂਟ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ। ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਅਗਲੇ 2 ਦਿਨ ਪੰਜਾਬ ਦੇ ਵਿੱਚ ਖੂਬ ਮੀਂਹ ਪੈਣ ਦੀ ਸੰਭਾਵਨਾ। ਕਿੰਨਾ ਕੁ ਪੈਂਦਾ, ਕਿੱਥੇ ਕਿੱਥੇ ਪੈਂਦਾ, ਹਨੇਰੀ ਕਿੰਨੀ ਕੁ ਚੱਲਦੀ ਹੈ, ਇਹ ਤਾਂ ਆਉਣ ਵਾਲਾ ਵਕਤ ਦੱਸੂਗਾ। ਪਰ ਪੰਜਾਬ ਦੇ ਵਿੱਚ ਮੀਂਹ ਦੀ ਜਿੰਨੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ, ਉਹਦੇ ਵਿੱਚੋਂ ਕੁਝ ਹਿੱਸਾ ਪੈ ਗਿਆ ਤੇ ਕੁਝ ਹਿੱਸਾ ਪੈਣਾ ਹਾਲੇ ਬਾਕੀ ਹੈ, ਜਿਵੇਂ ਕਿ ਭਵਿੱਖਬਾਣੀ ਆ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਗੁਰਮੀਤ ਰਾਮ ਰਹੀਮ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਨਾਲ ਸੰਬੰਧਿਤ। ਜਦੋਂ ਹੁਣ ਤੱਕ ਅਸੀਂ ਪਹਿਲਾਂ ਖਬਰਾਂ ਪੜ੍ਹਦੇ ਰਹੇ ਹਾਂ, ਯਾਨੀ ਕਿ ਚੋਣਾਂ ਦੇ ਮੌਕੇ ਜਦੋਂ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਇਆ, ਉਹਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਕਈ ਹਫ਼ਤੇ ਪਹਿਲਾਂ ਹੀ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਗੁਰਮੀਤ ਰਾਮ ਰਹੀਮ ਨੇ ਪੈਰੋਲ ਦੀ ਅਰਜ਼ੀ ਲਾਈ। ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਗੱਲਬਾਤ। ਉਥੋਂ ਨੇ ਜੇਲ੍ਹ ਮੰਤਰੀ ਨੇ ਕਿਹਾ ਜੀ ਕਿ ਅਸੀਂ ਇਹਦੇ 'ਤੇ ਵਿਚਾਰ ਕਰਾਂਗੇ। ਚੰਗੇ ਆਚਰਣ ਦੇ ਕਰਕੇ ਗੁਰਮੀਤ ਰਾਮ ਰਹੀਮ ਨੂੰ ਮਿਲ ਸਕਦੀ ਹੈ ਪੈਰੋਲ। ਤੇ ਫਿਰ ਅਚਾਨਕ ਖਬਰ ਆਉਂਦੀ ਹੈ ਕਿ 21 ਦਿਨ ਦੇ ਲਈ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਰੌਲਾ ਬੜਾ ਪਿਆ ਤੇ ਗੁਰਮੀਤ ਰਾਮ ਰਹੀਮ ਗੁਰੂਗ੍ਰਾਮ ਦੇ ਆਸ਼ਰਮ ਦੇ ਵਿੱਚ 21 ਦਿਨ ਕੱਟ ਕੇ ਤੇ ਫਿਰ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵੱਲ ਗਿਆ। ਹੁਣ ਮਹੀਨੇ 5 ਨਹੀਂ ਪੂਰੇ ਹੋਏ, ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਆ। ਹੁਣ 21 ਨਹੀਂ ਸਗੋਂ 30 ਦਿਨ ਦੀ ਮਿਲੀ ਹੈ। ਐਤਕੀ ਕੋਈ ਰੌਲਾ ਨਹੀਂ, ਕਿਸੇ ਕਿਸਮ ਦੀ ਕੋਈ ਖਬਰ ਨਹੀਂ, ਕਿਸੇ ਵਿਰੋਧ ਦਾ ਨਹੀਂ ਪਤਾ, ਕਿਸੇ ਅਰਜ਼ੀ ਦਾ ਨਹੀਂ ਪਤਾ, ਕੋਈ ਮੰਗ ਦਾ ਨਹੀਂ ਪਤਾ। ਤੇ ਸਵੇਰ ਦੇ ਵੇਲੇ 7:30 ਵਜੇ ਪਹਿਲੀ ਖਬਰ ਆਉਂਦੀ ਹੈ ਕਿ ਗੁਰਮੀਤ ਰਾਮ ਰਹੀਮ ਜੇਲੋਂ ਬਾਹਰ ਆ ਗਏ। ਨਾਲ ਹਨੀਪ੍ਰੀਤ ਤੇ ਕੁਝ ਹੋਰ ਪਰਿਵਾਰਕ ਜੀ ਹੈ ਤੇ ਕਾਫਲੇ ਦੇ ਸਮੇਤ ਉਹ ਯੂਪੀ ਦੇ ਬਾਗਪਤ ਖੇਤਰ ਦੇ ਵਿੱਚ ਜਿੱਥੇ ਕਿ ਆਸ਼ਰਮ ਆ, ਉੱਥੇ ਪਹੁੰਚ ਚੁੱਕੇ ਆ ਜਾਂ ਪਹੁੰਚ ਰਹੇ ਆ। ਗੁਰਮੀਤ ਰਾਮ ਰਹੀਮ ਦੇ ਵੱਲੋਂ ਇਸ ਮੌਕੇ ਦੇ ਉੱਤੇ ਬਾਹਰ ਕਿਉਂ ਆਇਆ ਗਿਆ, ਇਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆ। ਕਮਾਲ ਦੀ ਗੱਲ ਇਹ ਦੇਖੋ ਕਿ ਹਰਿਆਣੇ ਦੇ ਜਿਹੜੇ ਜੇਲ੍ਹ ਵਿਭਾਗ ਦੇ ਮੰਤਰੀ ਆ ਰਣਜੀਤ ਸਿੰਘ, ਉਹਨਾਂ ਨੇ ਕਿਹਾ ਜੀ ਕਿ ਕੁਝ ਕੁ ਸਮਾਂ ਪਹਿਲਾਂ ਪੈਰੋਲ ਦੇ ਨਿਯਮਾਂ ਦੇ ਵਿੱਚ ਸੋਧ ਹੋਈ ਹੈ। ਹੁਣ ਪੈਰੋਲ ਲੈਣ ਵਾਲੇ ਨੂੰ, ਕੈਦੀ ਨੂੰ, ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਕਿਹੜੇ ਕਾਰਨ ਦੇ ਕਰਕੇ ਮੈਂ ਪੈਰੋਲ ਮੰਗ ਰਿਹਾ। ਪਹਿਲਾਂ ਕਾਰਨ ਦੱਸਣਾ ਪੈਂਦਾ ਸੀ, ਸਿਹਤ ਦਾ ਕਾਰਨ ਆ, ਪਰਿਵਾਰਕ ਕੋਈ ਵਿਆਹ ਸ਼ਾਦੀ ਦਾ ਕਾਰਨ ਆ, ਕੋਈ ਹੋਰ ਨਿੱਜੀ ਕਾਰਨ ਆ, ਕੋਈ ਕਾਰੋਬਾਰੀ ਕਾਰਨ ਆ, ਤੇ ਜੇਕਰ ਚੰਗਾ ਆਚਰਣ ਹੋਵੇ ਤਾਂ ਉਸ ਕੈਦੀ ਨੂੰ ਪੈਰੋਲ ਮਿਲ ਜਾਂਦੀ ਹੈ। ਪਰ ਹੁਣ ਕਾਰਨ ਦੇ ਉੱਤੇ ਪਰਦਾ ਪੈ ਗਿਆ, ਕਾਰਨ ਦੱਸਣ ਦੀ ਜ਼ਰੂਰਤ ਨਹੀਂ। ਹੁਣ ਇਹਦੇ 2-3 ਕਾਰਨ ਲੱਭੇ ਜਾ ਰਹੇ ਆ ਵੀ ਸ਼ਾਇਦ ਇੱਕ ਕਾਰਨ ਇਹਦਾ ਇਹ ਹੋਵੇ ਕਿ ਗੁਰਮੀਤ ਰਾਮ ਰਹੀਮ ਆ ਜਿਹੜਾ, ਉਹ ਇਸ ਵੇਲੇ ਕੁਝ ਕੁ ਪਰਿਵਾਰਕ ਉਲਝਣਾਂ ਦੇ ਵਿੱਚ ਵੀ ਆ, ਡੇਰੇ ਦੀਆਂ ਉਲਝਣਾਂ ਦੇ ਵਿੱਚ ਵੀ ਆ। ਆਪਾਂ ਜਾਣਦੇ ਹਾਂ, ਪਿਛਲੇ ਦਿਨੀ ਖਬਰ ਵੀ ਸਾਂਝੀ ਕੀਤੀ ਸੀ ਕਿ ਗੁਰਮੀਤ ਰਾਮ ਰਹੀਮ ਦੇ ਪਰਿਵਾਰਕ ਮੈਂਬਰਾਂ ਦਾ ਇੱਕ ਹਿੱਸਾ ਯੂਰਪ ਦੇ ਵਿੱਚ ਚਲਾ ਗਿਆ। ਭਾਵੇਂ ਕਿ ਇਹ ਗੱਲ ਕਹੀ ਆ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਦੀ ਖਾਤਰ ਬਾਹਰਲੇ ਮੁਲਕ ਦੇ ਵਿੱਚ ਗਏ ਆ, ਪਰ ਬਾਅਦ ਦੇ ਵਿੱਚ ਇੱਕ ਨਵੀਂ ਖਬਰ ਆ ਗਈ ਕਿ ਪਰਮਾਰਥ ਇਕੱਠਾ ਕੀਤਾ ਜਾ ਰਿਹਾ ਡੇਰੇ ਦੇ ਕੁਝ ਕੁ ਮੈਨੇਜਮੈਂਟ ਦੇ ਕਾਮਿਆਂ ਦੇ ਵੱਲੋਂ ਜਾਂ ਅਧਿਕਾਰੀਆਂ ਦੇ ਵੱਲੋਂ। ਤੇ ਪਰਿਵਾਰਕ ਜੀਆਂ ਨੇ ਗੱਲ ਕਹੀ ਵੀ ਸਾਡੇ ਨਾਂ ਦੇ ਉੱਤੇ ਕਿਸੇ ਨੂੰ ਕੋਈ ਪਰਮਾਰਥ ਯਾਨੀ ਕਿ ਚੰਦਾ ਬਿਲਕੁਲ ਨਾ ਦਿੱਤਾ ਜਾਵੇ। ਫਿਰ ਖਬਰ ਇਹ ਆਈ ਜੀ ਕਿ ਡੇਰੇ ਦੇ ਵਿੱਚ ਸਾਰਾ ਕੁਝ ਠੀਕ ਨਹੀਂ, ਮੈਨੇਜਮੈਂਟ ਦੇ ਵਿੱਚ ਕਈ ਤਰ੍ਹਾਂ ਦੀਆਂ ਗੜਬੜੀਆਂ, ਡੇਰੇ ਦੇ ਉੱਤੇ ਅਧਿਕਾਰ ਦੀ ਲੜਾਈ ਅੰਦਰ ਖਾਤੇ ਚੱਲ ਰਹੀ ਹੈ। ਹੁਣ ਮੰਨਿਆ ਜਾ ਰਿਹਾ ਜੀ ਕਿ ਗੁਰਮੀਤ ਰਾਮ ਰਹੀਮ 30 ਦਿਨ ਦੇ ਵਾਸਤੇ ਸ਼ਾਇਦ ਇਸ ਕਰਕੇ ਬਾਹਰ ਆਇਆ। ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਕਿ ਯੂਪੀ ਦੇ ਵਿੱਚ ਵੀ 23 ਤਰੀਕ ਨੂੰ ਵੋਟਾਂ ਪੈਣੀਆਂ, ਕੁਝ ਕੁ ਥਾਵਾਂ ਤੇ ਜ਼ਿਮਨੀ ਚੋਣ ਹੋ ਰਹੀ ਹੈ, ਉੱਥੇ ਕੁਝ ਕੁ ਪ੍ਰਭਾਵ ਹੈ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ਦਾ। ਸ਼ਾਇਦ ਇਸ ਕਰਕੇ ਵੀ ਚੋਣ ਤੋਂ ਪਹਿਲਾਂ ਕੁਝ ਹੋਇਆ ਹੋਵੇ। ਪਹਿਲਾਂ ਗੁਰਮੀਤ ਰਾਮ ਰਹੀਮ ਉਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਜਦੋਂ ਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਸੀ। ਹੁਣ ਉਦੋਂ ਬਾਹਰ ਆਇਆ ਜਦੋਂ ਕਿ ਸੰਗਰੂਰ ਸਮੇਤ ਕੁਝ ਕੁ ਹੋਰ ਥਾਵਾਂ ਦੇ ਉੱਤੇ ਜ਼ਿਮਨੀ ਚੋਣ ਹੈ। ਇਹਦੇ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਆ। ਵਿਚਲੀ ਗੱਲ ਕੀ ਹੋਊਗੀ ਕੁਝ ਕਹਿ ਨਹੀਂ ਸਕਦੇ, ਪਰ ਗੁਰਮੀਤ ਰਾਮ ਰਹੀਮ ਦਾ ਇਸ ਤਰੀਕੇ ਨਾਲ ਬਾਹਰ ਆਉਣਾ, ਅਚਾਨਕ ਬਾਹਰ ਆਉਣਾ, ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ। ਮੀਡੀਆ ਦੇ ਮੂਹਰੇ ਕਈ ਤਰ੍ਹਾਂ ਦੇ ਸਵਾਲ ਰੱਖ ਗਿਆ। ਪਰ ਪੈਰੋਕਾਰਾਂ ਨੇ ਬਾਗੀਆਂ ਪਾਈਆਂ, ਪੈਰੋਕਾਰ ਬੜੇ ਖੁਸ਼ ਆ। ਪੈਰੋਕਾਰਾਂ ਨੇ ਗੱਲ ਕਹੀ ਹੈ ਕਿ ਪਿਤਾ ਜੀ ਬਾਹਰ ਆਏ, ਬੜੀ ਚੰਗੀ ਗੱਲ ਹੈ। ਪਤਾ ਲੱਗਾ ਵੀ ਕਈ ਥਾਵਾਂ ਦੇ ਉੱਤੇ ਤਾਂ ਮਠਿਆਈਆਂ ਵੀ ਵੰਡੀਆਂ ਗਈਆਂ ਕਿ ਪਿਤਾ ਜੀ ਬਾਹਰ ਆ ਗਏ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ।
ਕਤਲ ਤੇ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਬਾਗਪਤ ਦੇ ਵਿੱਚ ਪਹੁੰਚ ਚੁੱਕਿਆ। 30 ਦਿਨ ਦੀ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ। ਰੋਹਤਕ ਜੇਲ੍ਹ ਦੇ ਵਿੱਚੋਂ 1 ਮਹੀਨੇ ਦੀ ਪੈਰੋਲ ਮਿਲਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਬਾਗਪਤ ਦੇ ਬਰਨਾਵਾ ਆਸ਼ਰਮ ਦੇ ਵਿੱਚ ਰਹਿਣ ਦੀ ਮੰਗ ਕੀਤੀ ਸੀ। ਆਸ਼ਰਮ ਦੇ ਵਿੱਚ ਪਹੁੰਚਣ ਤੋਂ ਬਾਅਦ ਦੁਪਹਿਰੇ 12 ਵਜੇ ਗੁਰਮੀਤ ਰਾਮ ਰਹੀਮ ਨੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਲਾਈਵ ਹੋਣਾ ਠੀਕ ਸਮਝਿਆ। ਉਹਨਾਂ ਨੇ ਆਪਣੇ ਸਮਰਥਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਬਹੁਤ-ਬਹੁਤ ਆਸ਼ੀਰਵਾਦ। ਤੁਸੀਂ ਲੋਕ ਹਮੇਸ਼ਾ ਕਹਿੰਦੇ ਸੀ ਕਿ ਬਾਬਾ ਜੀ ਕਦੋਂ ਬਾਹਰ ਆਓਗੇ, ਲਓ ਰਾਮ ਜੀ ਨੇ ਸਾਡੀ ਸੁਣ ਲਈ ਹੈ। ਹੁਣ ਤੁਹਾਡੀ ਸੇਵਾ ਦੇ ਵਿੱਚ ਤੁਹਾਡੇ ਸਾਹਮਣੇ ਖੜੇ ਹਾਂ। ਇੱਕ ਗੱਲ ਹੋਰ ਤੁਹਾਨੂੰ ਕਹਿਣੀ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਹਮੇਸ਼ਾ ਹਰ ਗੱਲ ਮੰਨੀ ਹੈ। ਅਸੀਂ ਤੁਹਾਨੂੰ 10 ਚਿੱਠੀਆਂ ਲਿਖੀਆਂ, ਤੁਸੀਂ ਸਾਰੀਆਂ ਪੜ੍ਹੀਆਂ। ਗੁਜ਼ਾਰਿਸ਼ ਹੈ ਕਿ ਆਪੋ ਆਪਣੇ ਘਰਾਂ ਦੇ ਵਿੱਚ ਰਹੋ, ਆਪਣਾ ਕੰਮ ਕਰਦੇ ਰਹੋ। ਤੁਸੀਂ ਲੋਕ ਹਮੇਸ਼ਾ ਖੁਸ਼ ਰਹੋ, ਵਚਨ ਮੰਨੋ ਤੇ ਪ੍ਰਸ਼ਾਸਨ ਦਾ ਵੀ ਸਾਥ ਦਿਓ। ਇੱਥੇ ਵੀ ਦੱਸਣਾ ਬਣਦਾ ਕਿ ਗੁਰਮੀਤ ਰਾਮ ਰਹੀਮ ਦੇ ਆਸ਼ਰਮ ਆਉਣ ਦੀ ਸੂਚਨਾ ਮਿਲਦੇ ਹੀ ਸਮਰਥਕ ਪਹਿਲਾਂ ਹੀ ਮੌਕੇ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਤੇ ਗੁਰਮੀਤ ਰਾਮ ਰਹੀਮ ਦੇ ਭਗਤਾਂ ਦੇ ਵਿੱਚ ਹੁਣ ਖੁਸ਼ੀ ਹੈ ਤੇ ਸ਼ਾਂਤੀ ਬਣਾਈ ਰੱਖਣ ਦੇ ਲਈ ਉੱਥੇ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਖਤ ਸੁਰੱਖਿਆ ਦਰਮਿਆਨ ਸ਼ੁੱਕਰਵਾਰ ਨੂੰ ਸਵੇਰੇ 6:30 ਵਜੇ ਕਾਫਲਾ ਨਿਕਲਿਆ ਸੀ ਤੇ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਲੈਣ ਦੇ ਲਈ ਉਹਨਾਂ ਦੇ ਚਚੇਰੇ ਭਰਾ ਚਰਨਜੀਤ ਤੇ ਮੂੰਹ ਬੋਲੀ ਧੀ ਹਨੀਪ੍ਰੀਤ ਵੀ ਪਹੁੰਚੇ ਹੋਏ ਸਨ। ਇੱਥੇ ਵੀ ਦੱਸਣਾ ਬਣਦਾ ਕਿ ਡੇਰਾ ਸਿਰਸਾ ਦੇ ਨਾਲ ਸੰਬੰਧਿਤ ਕੁਝ ਕੁ ਵਿਵਾਦ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਨੇ। ਡੇਰਾ ਮੁਖੀ ਦੇ ਪਰਿਵਾਰ ਦੇ ਵੱਲੋਂ ਪੋਸਟ ਕੀਤੇ ਗਏ ਲੈਟਰ ਦੇ ਵਿੱਚ ਪਿੱਛੇ ਜੇ ਇਹ ਗੱਲ ਲਿਖੀ ਗਈ ਸੀ ਕਿ ਉਹਨਾਂ ਦਾ ਨਾਂ ਲੈ ਕੇ ਕੁਝ ਲੋਕ ਪਰਮਾਰਥ ਯਾਨੀ ਕਿ ਚੰਦਾ ਇਕੱਠਾ ਕਰ ਰਹੇ ਨੇ, ਜਦ ਕਿ ਪਰਿਵਾਰ ਨੇ ਕਿਸੇ ਨੂੰ ਵੀ ਇਹੋ ਜਿਹਾ ਕੁਝ ਕਰਨ ਵਾਸਤੇ ਨਹੀਂ ਕਿਹਾ। ਪਰਿਵਾਰ ਨੇ ਸੰਗਤ ਨੂੰ ਅਪੀਲ ਕੀਤੀ ਸੀ ਕਿ ਉਹ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਵੇ। ਪਰਿਵਾਰ ਨੇ ਇਹ ਵੀ ਗੱਲ ਲਿਖੀ ਸੀ ਕਿ ਜੇ ਕਿਸੇ ਨੇ ਉਹਨਾਂ ਦਾ ਨਾਂ ਲੈ ਕੇ ਪਰਮਾਰਥ ਮੰਗਿਆ ਜਾਂ ਉਹਨਾਂ ਦੇ ਨਾਂ ਦੇ ਨਾਲ ਪਰਮਾਰਥ ਲਿਆ ਗਿਆ ਤਾਂ ਉਸ ਵਿਅਕਤੀ ਦੀ ਪੂਰੀ ਡਿਟੇਲ ਮੈਸੇਜ ਕਰੋ। ਪਰਿਵਾਰ ਇਹਦੀ ਪੜਤਾਲ ਕਰਕੇ ਸੰਬੰਧਿਤ ਵਿਅਕਤੀ ਦੇ ਨਾਲ ਸੰਪਰਕ ਕਰੇਗਾ। ਪਰਿਵਾਰ ਨੇ ਸਪਸ਼ਟ ਕੀਤਾ ਸੀ ਕਿ ਉਸ ਨੇ ਕਦੇ ਵੀ ਕਿਸੇ ਨੂੰ ਪਰਮਾਰਥ ਇਕੱਠਾ ਕਰਨ ਵਾਸਤੇ ਨਹੀਂ ਕਿਹਾ। ਡੇਰਾ ਮੁਖੀ ਦੇ ਪਰਿਵਾਰ ਦੇ ਵੱਲੋਂ ਪੋਸਟ ਕੀਤੇ ਗਏ ਲੈਟਰ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਸੀ ਕਿ ਕੁਝ ਸ਼ਰਾਰਤੀ ਲੋਕ ਆਪਣੇ ਸਵਾਰਥ ਵਾਸਤੇ ਗੁਪਤ ਮੀਟਿੰਗ ਕਰਕੇ ਉਹਨਾਂ ਬਾਰੇ ਗਲਤ ਪ੍ਰਚਾਰ ਕਰ ਰਹੇ ਨੇ। ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ। ਜੇ ਸੰਗਤ ਦੇ ਵਿੱਚ ਕਿਸੇ ਦੇ ਕੋਲ ਵੀ ਇਹੋ ਜਿਹਾ ਕੁਝ ਕਰਨ ਵਾਲਿਆਂ ਦੀ ਜਾਣਕਾਰੀ ਹੈ ਤਾਂ ਸਾਨੂੰ ਇਹਦੇ ਬਾਬਤ ਭੇਜੀ ਜਾਵੇ ਜਾਣਕਾਰੀ। ਪਰਿਵਾਰ ਨੇ ਕਿਹਾ ਕਿ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਕਿ ਡੇਰਾ ਮੁਖੀ ਦੇ ਪਰਿਵਾਰ ਨੇ ਵਿਦੇਸ਼ ਦੇ ਵਿੱਚ ਘਰ ਖਰੀਦੇ ਹੋਏ ਨੇ, ਉੱਥੇ ਕਾਰੋਬਾਰ ਸੈੱਟ ਹੈ। ਇਹ ਸਾਰੀਆਂ ਗੱਲਾਂ ਝੂਠੀਆਂ ਨੇ। ਪਰਿਵਾਰ ਜਾਣਦਾ ਹੈ ਕਿ ਇਹ ਸ਼ਰਾਰਤੀ ਲੋਕ ਆਪਣੇ ਸਵਾਰਥਾਂ ਦੀ ਪੂਰਤੀ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਨੇ। ਡੇਰਾ ਮੁਖੀ ਦੇ ਪਰਿਵਾਰ ਤੇ ਡੇਰਾ ਪ੍ਰਬੰਧਕਾਂ ਦਰਮਿਆਨ ਤਲਖੀਆਂ ਆ ਚੁੱਕੀਆਂ ਨੇ। ਡੇਰਾ ਮੁਖੀ ਦੀ ਛੋਟੀ ਧੀ ਅਮਰਪ੍ਰੀਤ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਜਾ ਚੁੱਕੀ ਹੈ। ਉਸ ਦੇ ਵਿਦੇਸ਼ ਜਾਂਦੇ ਸਮੇਂ ਡੇਰਾ ਪ੍ਰਬੰਧਕ ਕੋਈ ਵੀ ਉਹਨਾਂ ਨੂੰ ਮਿਲਣ ਨਹੀਂ ਪਹੁੰਚਿਆ ਤੇ ਅਮਰਪ੍ਰੀਤ ਨੇ ਟਵੀਟ ਕਰਕੇ ਇਸ ਬਾਰੇ ਆਪਣਾ ਦਰਦ ਵੀ ਬਿਆਨ ਕੀਤਾ ਸੀ। ਅਮਰਪ੍ਰੀਤ ਨੇ ਕਿਹਾ ਕਿ ਉਹਨਾਂ ਨੂੰ ਪਰਿਵਾਰ ਛੱਡਣ ਦੇ ਲਈ ਮਜਬੂਰ ਕੀਤਾ ਗਿਆ। ਗੁਰਮੀਤ ਰਾਮ ਰਹੀਮ ਦੇ ਪਰਿਵਾਰ ਨੇ 4 ਜੂਨ ਨੂੰ ਲੈਟਰ ਜਾਰੀ ਕੀਤੀ ਤੇ ਅਗਲੇ ਹੀ ਦਿਨ ਯਾਨੀ ਕਿ 5 ਜੂਨ ਨੂੰ ਡੇਰਾ ਸਿਰਸਾ ਪ੍ਰਬੰਧਨ ਬਚਾਅ ਦੇ ਵਿੱਚ ਆਇਆ। ਡੇਰਾ ਮੈਨੇਜਮੈਂਟ ਨੇ ਟਵੀਟ ਕਰਕੇ ਪਰਿਵਾਰ ਦੇ ਦੋਸ਼ਾਂ ਨੂੰ ਨਿਰਆਧਾਰ ਦੱਸਿਆ ਸੀ। ਡੇਰਾ ਪ੍ਰਬੰਧਕਾਂ ਨੇ ਕਿਹਾ ਸੀ ਕਿ ਸਿਰਸਾ ਡੇਰੇ ਦੇ ਵਿੱਚ ਪਿੰਡ, ਸ਼ਹਿਰ ਤੇ ਬਲਾਕ ਪੱਧਰ ਦੇ ਉੱਤੇ ਮਾਨਵਤਾ ਦੀ ਭਲਾਈ ਦੇ ਲਈ 139 ਕੰਮ ਸੰਗਤ ਆਪਸੀ ਯੋਗਦਾਨ ਦੇ ਕੇ ਕਰਵਾ ਰਹੀ ਹੈ। ਕਿਸੇ ਵੀ ਵਿਅਕਤੀ ਦੇ ਕੋਲੋਂ ਕੋਈ ਪਰਮਾਰਥ ਨਹੀਂ ਲਿਆ ਜਾ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਪਿਛਲੇ ਕੁਝ ਕੁ ਸਮੇਂ ਤੋਂ ਇਹੋ ਜਿਹੀਆਂ ਗੜਬੜੀਆਂ, ਇਹੋ ਜਿਹੀਆਂ ਤਲਖੀਆਂ ਡੇਰੇ ਵਿੱਚ ਚੱਲ ਰਹੀਆਂ ਨੇ ਕਿ ਸ਼ਾਇਦ ਗੁਰਮੀਤ ਰਾਮ ਰਹੀਮ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਹੀ ਬਾਹਰ ਆਏ ਹੋਣ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੁਰਮੀਤ ਰਾਮ ਰਹੀਮ ਦੇ ਡੇਰੇ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਚੱਲ ਰਿਹਾ, ਇਹ ਤਾਂ ਗੱਲ ਕਲੀਅਰ ਹੈ। ਤੇ ਹੁਣ ਉਸ ਵਿਗਾੜ ਨੂੰ ਠੱਲਣ ਵਾਸਤੇ, ਰੋਕਣ ਦੇ ਵਾਸਤੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਜਾਂ ਕੋਈ ਹੋਰ ਕਾਰਨ ਹੈ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਇਹ ਗੱਲ ਸੱਚੀ ਹੈ ਕਿ ਗੁਰਮੀਤ ਰਾਮ ਰਹੀਮ ਦੀ ਇਸ ਪੈਰੋਲ ਦੇ ਉੱਤੇ ਸਿੱਖ ਜਥੇਬੰਦੀਆਂ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਹੱਦ ਇਤਰਾਜ਼ ਆ। ਉਹ ਇਸ ਕਰਕੇ ਇਤਰਾਜ਼ ਜ਼ਾਹਰ ਕੀਤਾ ਗਿਆ, ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਹੋਰਨਾਂ ਵੱਖ-ਵੱਖ ਸ਼ਖਸੀਅਤਾਂ ਨੇ ਇਹ ਗੱਲ ਕਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵੇਲੇ ਤਾਂ ਬਹੁਤ ਗੱਲਾਂ ਸਾਹਮਣੇ ਆਉਂਦੀਆਂ, ਉਹ ਬਿਲਕੁਲ ਰਿਹਾ ਨਹੀਂ ਕਰ ਰਹੇ। ਕੇਂਦਰ ਦੀ ਸਰਕਾਰ ਦੇ ਵੱਲੋਂ ਕੁਝ ਸੋਚਿਆ ਨਹੀਂ ਜਾ ਰਿਹਾ। ਉਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਬਹੁਮੁੱਲਾ ਹਿੱਸਾ ਜੇਲ੍ਹਾਂ ਦੇ ਵਿੱਚ ਬਿਤਾਤਾ ਤੇ ਜਿੰਨੀ ਸਜ਼ਾ ਹੋਈ ਸੀ ਉਹਦੇ ਤੋਂ ਉੱਤੇ ਵੀ ਕਈ ਸਾਲ ਭੁਗਤ ਲਏ ਆ, ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਤੇ ਜਿਨ੍ਹਾਂ ਦੇ ਉੱਤੇ ਜਬਰ ਜਨਾਹ ਦੇ ਪਰਚੇ ਦਰਜ ਹੋਏ ਹੋਣ, ਜਿਨ੍ਹਾਂ ਦੇ ਉੱਤੇ ਕਤਲ ਦੇ ਪਰਚੇ ਦਰਜ ਹੋਏ ਹੋਣ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਪੈਰੋਲ ਮਿਲਦੀ ਹੈ 5 ਮਹੀਨਿਆਂ 'ਚ ਦੂਜੀ ਵਾਰ, ਇੱਥੋਂ ਸਰਕਾਰ ਦੇ ਦੋਹਰੇ ਕਿਰਦਾਰ ਦਾ ਪਤਾ ਲੱਗਦਾ। ਜਿਹੜੇ ਪੈਰੋਕਾਰ ਆ ਉਹ ਇਹ ਗੱਲ ਕਹਿੰਦੇ ਪਿਤਾ ਜੀ ਨੇ ਤਾਂ ਬਾਹਰ ਆ ਹੀ ਜਾਣਾ, ਔਕੜਾਂ ਟਾਲਣ ਵਾਸਤੇ ਅੰਦਰ ਗਏ ਸੀ, ਸਾਰਾ ਕੁਝ ਆਪਦੇ ਪਿੰਡੇ ਤੇ ਚੱਲ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਤਾਂ ਘਿਓ ਦੇ ਦੀਵੇ ਬਾਲ ਰਹੇ ਆ। ਡੇਰੇ ਦੇ ਪ੍ਰਬੰਧਕ ਕਹਿੰਦੇ ਵੀ ਇਹ ਤਾਂ ਕਾਨੂੰਨ ਆਪਣਾ ਕੰਮ ਕਰ ਰਿਹਾ, ਇਹਦੇ ਵਿੱਚ ਸਾਡਾ ਕੋਈ ਕੰਮ ਨਹੀਂਗਾ,
ਇਹ ਤਾਂ ਕਾਨੂੰਨ ਨੇ ਬੜਾ ਕੰਮ ਕੀਤਾ ਵਧੀਆ। ਉਧਰੋਂ ਡੇਰੇ ਦੇ ਪ੍ਰਬੰਧਕਾਂ ਤੋਂ ਬਾਹਰ ਜੇਕਰ ਅਸੀਂ ਗੱਲ ਕਰਦੇ ਹਾਂ ਜੇਲ੍ਹ ਤੰਤਰ ਦੀ, ਜੇਲ੍ਹ ਤੰਤਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਦੇਖੋ ਇਹ ਨਿਯਮਾਂ ਦੇ ਮੁਤਾਬਕ ਸਾਰਾ ਕੁਝ ਹੋ ਰਿਹਾ, ਸਭ ਦੇ ਵਿਚਾਰ ਇੱਥੇ ਆਪੋ ਆਪਣੇ ਆ। ਪਰ ਕੁੱਲ ਮਿਲਾ ਕੇ ਗੱਲ ਕਹਿਣੀ ਬਣਦੀ ਹੈ ਕਿ ਗੁਰਮੀਤ ਰਾਮ ਰਹੀਮ ਦੇ ਡੇਰੇ ਦੇ ਨਾਲ ਕਈ ਤਰ੍ਹਾਂ ਦੀਆਂ ਔਕੜਾਂ ਜੁੜੀਆਂ ਹੋਈਆਂ, ਇੰਟਰਨਲ ਸਮੱਸਿਆਵਾਂ ਦੇ ਨਾਲ ਇਸ ਵੇਲੇ ਡੇਰਾ ਜੂਝ ਰਿਹਾ, ਕਿਉਂਕਿ ਭਗਤਾਂ ਦੀ ਗਿਣਤੀ ਵੀ ਘਟੀ ਹੈ। ਹਾਲਾਂਕਿ ਜਨੂਨੀ ਹਰ ਥਾਂ ਦੇ ਉੱਤੇ ਹਾਲੇ ਵੀ ਹੈਗੇ ਆ, ਪਰ ਭਗਤਾਂ ਦੀ ਗਿਣਤੀ ਦੇ ਵਿੱਚ ਕਟੌਤੀ ਹੋਈ ਹੈ ਜੇਕਰ ਅਸੀਂ 17 ਦੇ ਮੁਕਾਬਲਤਨ ਦੇਖੀਏ। 17 ਤੋਂ ਪਹਿਲਾਂ ਤੇ ਅੱਜ ਦੇ ਹਾਲਾਤ ਦੇ ਵਿੱਚ ਬਹੁਤ ਵੱਡੀ ਤਬਦੀਲੀ ਹੈ। ਪਰ ਮੇਰੇ ਮਨ ਦਾ ਇੱਕ ਵਿਚਾਰ ਇਹ ਹੈ ਵੀ ਜੇਕਰ ਇਹ ਗੱਲ ਕਹੀ ਜਾਵੇ ਕਿ ਜ਼ਿਮਨੀ ਚੋਣ ਦੇ ਵਿੱਚ ਗੁਰਮੀਤ ਰਾਮ ਰਹੀਮ ਕੋਈ ਚਮਤਕਾਰ ਕਰ ਸਕਦਾ, ਇਸ ਗੱਲ ਦਾ ਕੋਈ ਮੁੱਲ ਨਹੀਂ, ਇਹਦੀ ਕੋਈ ਤੁਕ ਨਹੀਂ ਬਣਦੀ। ਗੁਰਮੀਤ ਰਾਮ ਰਹੀਮ ਨੂੰ ਮਾਲਵੇ ਦੇ ਵਿੱਚ ਪ੍ਰਭਾਵ ਹੋਣ ਕਰਕੇ ਮੰਨਿਆ ਜਾ ਰਿਹਾ ਸੀ ਵੀ ਸ਼ਾਇਦ ਬੀਜੇਪੀ ਜਾਂ ਕਿਸੇ ਵੀ ਇੱਕ ਪਾਰਟੀ ਦੇ ਹੱਕ ਦੇ ਵਿੱਚ ਕਮਾਲਾਂ ਹੋ ਜਾਣੀਆਂ, ਪੈਰੋਕਾਰਾਂ ਨੇ ਵੋਟਾਂ ਪਾ ਲੈਣੀਆਂ। ਪਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਗੁਰਮੀਤ ਰਾਮ ਰਹੀਮ ਦੇ ਨੇੜਲੇ ਰਿਸ਼ਤੇਦਾਰ ਦਾ ਕਿੰਨਾ ਬੁਰਾ ਹਾਲ ਹੋਇਆ ਤੇ ਕਿਸੇ ਵੀ ਥਾਂ ਦੇ ਉੱਤੇ ਜ਼ਮਾਨਤਾਂ ਬਚਾ ਨਹੀਂ ਸਕੇ। ਜਿਨ੍ਹਾਂ ਨੂੰ ਜਿਤਾਉਣਾ ਸੀਗਾ ਉਹਨਾਂ ਨੂੰ ਬਚਾ ਨਹੀਂ ਸਕੇ, ਉਹ ਤਾਂ ਜ਼ਮਾਨਤ ਨਹੀਂ ਬਚਾ ਸਕੇ, ਇਸ ਕਰਕੇ ਪਾਣੀ ਲੱਥ ਗਿਆ। ਉਹ ਵੇਲਾ ਸੀ ਜਦੋਂ ਗੁਰਮੀਤ ਰਾਮ ਰਹੀਮ ਦੇ ਇਸ਼ਾਰੇ ਤੇ ਸਰਕਾਰਾਂ ਬਣਦੀਆਂ ਜਾਂ ਢਹਿੰਦੀਆਂ ਸੀ। ਹੁਣ ਉਹ ਗੱਲ ਨਹੀਂ। ਹੁਣ ਲੋਕ ਵੀ ਇਸ ਗੱਲ ਨੂੰ ਸਮਝੇ ਆ ਵੀ ਆਪਾਂ ਕਿਹਨੂੰ ਵੋਟ ਪਾਉਣੀ ਤੇ ਕਿਹਨੂੰ ਨਹੀਂ। ਵਕਤ ਦੇ ਨਾਲ ਪਤਾ ਲੱਗੂ ਵੀ ਆਉਂਦੇ ਸਮੇਂ ਦੇ ਵਿੱਚ ਕਿਹੜੀਆਂ ਪਰਤਾਂ ਖੁੱਲ੍ਹਦੀਆਂ। ਪਰ ਹਾਲ ਦੀ ਘੜੀ ਜਾਣਕਾਰੀ ਇਹੀ ਹੈ ਵੀ 30 ਦਿਨ ਬਾਗਪਤ ਦੇ ਆਸ਼ਰਮ ਦੇ ਵਿੱਚ ਗੁਰਮੀਤ ਰਾਮ ਰਹੀਮ ਨੇ ਰਹਿਣਾ। ਅਗਨੀਪਥ ਸਕੀਮ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ। ਅੱਧੀ ਦਰਜਨ ਤੋਂ ਵੱਧ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਦਰਜ ਕਰਵਾਇਆ ਜਾ ਰਿਹਾ ਲੋਕਾਂ ਦੇ ਵੱਲੋਂ, ਨੌਜਵਾਨਾਂ ਵੱਲੋਂ। ਬਿਹਾਰ ਦੇ ਵਿੱਚ ਲੰਘੇ ਕੱਲ 1 ਦਰਜਨ ਤੋਂ ਵੱਧ ਗੱਡੀਆਂ ਅੱਗ ਦੇ ਹਵਾਲੇ ਕੀਤੀਆਂ ਗਈਆਂ। 2 ਲੋਕਾਂ ਦੀ ਮੌਤ ਦੀ ਖਬਰ ਆਈ ਹੈ ਜਿਹੜੇ ਕਿ ਅੱਗ ਦੀ ਲਪੇਟ ਦੇ ਵਿੱਚ ਆਏ ਆ। ਅਸੀਂ ਇਸ ਹਿੰਸਾ ਦੇ ਹੱਕ ਦੇ ਵਿੱਚ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰਾਂ ਕੋਈ ਵੀ ਨਿਯਮ, ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰਨ, ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਸੋਚਦੀਆਂ। ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਵੀ ਕਾਨੂੰਨ ਬਣਨਾ ਹੋਵੇ, ਕੋਈ ਵੀ ਸਕੀਮ ਲੈ ਕੇ ਆਉਣੀ ਹੋਵੇ, ਪਹਿਲਾਂ ਲੋਕਾਂ ਦੀ ਵੋਟਿੰਗ ਕਰਵਾਈ ਜਾਂਦੀ ਹੈ। ਜੇਕਰ ਲੋਕ ਉਸ ਨਵੇਂ ਕਾਨੂੰਨ ਦੇ ਹੱਕ ਦੇ ਵਿੱਚ ਹੋਣ, ਬਹੁ ਗਿਣਤੀ ਹੱਕ ਦੇ ਵਿੱਚ ਹੋਣ, ਤਾਂ ਉਹ ਕਾਨੂੰਨ ਲਾਗੂ ਹੋ ਜਾਂਦਾ, ਬਣ ਜਾਂਦਾ। ਤੇ ਜੇਕਰ ਲੋਕ ਉਹਦੇ ਹੱਕ ਦੇ ਵਿੱਚ ਨਾ ਹੋਣ ਤਾਂ ਕਾਨੂੰਨ ਤੇ ਬਣਨ ਤੋਂ ਪਹਿਲਾਂ ਹੀ ਕਾਂਟਾ ਵੱਜ ਜਾਂਦਾ ਵੀ ਲੋਕ ਨਹੀਂ ਚਾਹੁੰਦੇ ਤਾਂ ਅਸੀਂ ਕਾਹਤੋਂ ਬਣਾਉਣਾ। ਭਾਰਤ ਦੇ ਵਿੱਚ ਡਰਾਮਾ ਉਲਟਾ ਇਸ ਦੇ। ਭਾਰਤ ਦੇ ਵਿੱਚ ਧੱਕੇ ਦੇ ਨਾਲ ਕਾਨੂੰਨ ਲਾਗੂ ਕਰਵਾਇਆ ਜਾਂਦਾ। ਜਦੋਂ ਲੋਕ ਵਿਰੋਧ ਕਰਦੇ ਆ ਉਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ, ਲੋਕ ਤਾਂ ਸਾਡੇ ਹੱਕ ਦੇ ਵਿੱਚ ਹਨ। ਇਹੀ ਗੱਲ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ 1 ਸਾਲ ਤੋਂ ਵੱਧ ਸਮਾਂ ਕੇਂਦਰ ਦੀ ਸਰਕਾਰ ਕਹਿੰਦੀ ਰਹੀ ਆ ਕਿ ਜੀ ਖੇਤੀ ਕਾਨੂੰਨ ਬਹੁਤ ਚੰਗੇ ਹਨ, ਖੇਤੀ ਕਾਨੂੰਨ ਦੇ ਹੱਕ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਹਨ, 90% ਲੋਕ ਖੇਤੀ ਕਾਨੂੰਨਾਂ ਕਰਕੇ ਖੁਸ਼ ਹਨ, ਆਮਦਨ ਦੁੱਗਣੀ ਹੋ ਜਾਵੇਗੀ, ਇਹ ਉਹ ਇੱਦਾਂ ਦੀਆਂ ਗੱਲਾਂ ਹੋਈਆਂ। ਪਰ ਜਦੋਂ ਪਤਾ ਲੱਗਾ ਵੀ ਲੋਕ ਤਾਂ ਇਸ ਵੇਲੇ ਵਿਰੋਧ ਬੜਾ ਕਰ ਰਹੇ ਆ, ਹਕੀਕਤ ਪਤਾ ਸੀ ਸਰਕਾਰ ਨੂੰ, ਤੇ ਫਿਰ ਉਹਨਾਂ ਨੇ ਚੋਣਾਂ ਦੇ ਮੱਦੇਨਜ਼ਰ ਵੀ 5 ਸੂਬਿਆਂ ਦੀਆਂ ਚੋਣਾਂ ਸਿਰ ਦੇ ਉੱਤੇ ਆ, ਇਸ ਕਰਕੇ ਕੂਹਣੀ ਮੋੜ ਲਿਆ ਤੇ ਕਾਨੂੰਨ ਵਾਪਸ ਲੈ ਲਏ। ਪਰ ਹੁਣ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਦਾ ਕਹਿਣਾ ਕਿ ਅਸੀਂ ਨਿਯਮ ਬਣਾਤਾ ਤੇ ਅਗਨੀਪਥ ਸਕੀਮ ਲਾਗੂ ਹੋ ਗਈ ਤੇ ਆਉਂਦੇ ਦਿਨਾਂ ਦੇ ਵਿੱਚ ਭਰਤੀਆਂ ਸ਼ੁਰੂ ਹੋ ਜਾਣੀਆਂ ਤੇ ਅਗਨੀਵੀਰ 4 ਸਾਲ ਦੇ ਲਈ ਸਰਹੱਦਾਂ ਦੀ, ਦੇਸ਼ ਦੀ ਰਾਖੀ ਕਰਨਗੇ। ਸਰਹੱਦਾਂ ਦੀ, ਦੇਸ਼ ਦੀ ਰਾਖੀ ਕਰਨ ਵਾਲੇ ਯੋਧਿਆਂ ਦੇ ਉੱਤੇ ਸਾਨੂੰ ਮਾਣ ਸੀ, ਹੈ ਤੇ ਆਖਰੀ ਸਾਹ ਤੱਕ ਰਹੂਗਾ। ਤਿਰੰਗੇ ਦਾ ਮਾਣ ਅਸੀਂ ਕਰਦੇ ਸਾਂ, ਹਾਂ ਤੇ ਰਹਾਂਗੇ। ਪਰ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਲੋਕ ਨਹੀਂ ਚਾਹੁੰਦੇ ਤਾਂ ਫਿਰ ਆਪਾਂ ਇਹ ਕੁਝ ਕਿਉਂ ਕਰਦੇ ਹਾਂ। ਲੰਘੇ ਕੱਲ बीजेपी ਦੇ ਇੱਕ नेता ने ਗੱਲ कही कि 4 साल के लिए हम तो रोजगार दे रहे हैं, 4 साल के लिए बहुत अच्छा काम होगा, बेरोजगारी खत्म होगी, बेरोजगारी कम होगी, 4 साल का समय कम नहीं होता। ਤੇ ਮੇਰੇ ਮਨ ਦੇ ਵਿੱਚ ਸਵਾਲ ਇਹ ਆਇਆ ਕਿ ਜਨਾਬ ਜੀ ਜੇਕਰ 4 ਸਾਲ ਦਾ ਸਮਾਂ ਇੰਨਾ ਹੀ ਜ਼ਿਆਦਾ ਹੁੰਦਾ ਤੇ ਆਪ ਜੀ ਵੀ ਕਹੋ ਕਿ ਮੈਂ ਤਾਂ 5 ਸਾਲ ਦੇ ਲਈ ਮੰਤਰੀ ਬਣਨਾ ਹੀ ਨਹੀਂ, ਵਿਧਾਇਕ ਬਣਨਾ ਨਹੀਂ, ਮੈਨੂੰ ਤਾਂ 4 ਸਾਲ ਲਈ ਬਣਾਓ। ਜੇ ਤੁਸੀਂ ਇਹ ਗੱਲ ਕਹਿੰਦੇ ਵੀ ਪੈਨਸ਼ਨ ਉਹਨਾਂ ਨੂੰ ਨਹੀਂ ਦੇਣੀ ਫੌਜੀਆਂ ਨੂੰ 4 ਸਾਲ ਦੇ ਲਈ, ਅਗਨੀਵੀਰਾਂ ਨੂੰ, ਤੇ ਫਿਰ ਤੁਸੀਂ ਆਪਦੀ ਪੈਨਸ਼ਨ ਤੋਂ ਵੀ ਇਨਕਾਰ ਕਰੋ ਵੀ ਭਾਈ ਮੈਂ ਵੀ ਨਹੀਂ ਲੈਣੀ। ਉਹਨਾਂ ਨੇ ਤਾਂ ਬਾਰਡਰ ਦੇ ਉੱਤੇ ਖੜ ਕੇ ਦੇਸ਼ ਦੀ ਰਾਖੀ ਕੀਤੀ, ਆਪ ਜੀ ਨੇ ਕੀ ਕੀਤਾ? ਫਿਰ ਇਹਦਾ ਉੱਤਰ ਇਹ ਦਿਓ। ਫਿਰ ਉਸ ਤੋਂ ਅਗਲੀ ਗੱਲ ਇਹ ਵੀ ਜੇਕਰ ਤੁਹਾਨੂੰ ਲੱਗਦਾ ਵੀ 4 ਸਾਲ ਦੇ ਵਿੱਚ ਚਮਤਕਾਰ ਹੋ ਜਾਣਾ ਤਾਂ ਬਹੁਤ ਵਧੀਆ ਮੌਕਾ, ਤੇ ਫਿਰ ਆਪਦੇ ਧੀਆਂ ਪੁੱਤਾਂ ਨੂੰ ਅਗਨੀਵੀਰ ਬਣਾਓ, ਸ਼ੁਰੂਆਤ ਆਪਦੇ ਤੋਂ ਕਰੋ, ਇੱਕ ਮਿਸਾਲ ਕਾਇਮ ਕਰਕੇ ਦਿਖਾਓ। ਪਰ ਦੇਸ਼ ਦੇ ਵਿੱਚ ਉੱਤਰ ਇਹਦਾ ਮਿਲਣਾ ਨਹੀਂ ਤੇ ਕਦੇ ਇਹਨਾਂ ਗੱਲਾਂ ਦਾ ਉੱਤਰ ਮਿਲਿਆ ਨਹੀਂ, ਇਸ ਗੱਲ ਦੀ ਵੀ ਸਾਨੂੰ ਆਸ ਹੈ। ਪਰ ਜਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਤੇ ਜਿਵੇਂ ਅੱਗਾਂ ਲੱਗ ਰਹੀਆਂ, ਉਹ ਅੱਗਾਂ ਲਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਇਹ ਜਿਹੜੀ ਸਰਕਾਰੀ ਜਾਇਦਾਦ ਆ ਇਹ ਵੀ ਆਪਣੀ ਆ, ਇਹ ਆਪਣੇ ਟੈਕਸ ਦੇ ਪੈਸਿਆਂ ਦੇ ਨਾਲ ਬਣੀ ਹੋਈ ਆ। ਆਪਾਂ ਆਪਦੀ ਜਾਇਦਾਦ ਨੂੰ ਆਪੇ ਨਾ ਫੂਕੀਏ। ਦੇਸ਼ ਦੀ ਇਸ ਮਾਮਲੇ ਦੇ ਵਿੱਚ ਸਾਨੂੰ ਰੱਖਿਆ ਕਰਨੀ ਚਾਹੀਦੀ ਆ, ਅੱਗ ਨਹੀਂ ਲਾਉਣੀ ਚਾਹੀਦੀ, ਫੂਕਣਾ ਨਹੀਂ ਚਾਹੀਦਾ। ਇਸ ਮਾਮਲੇ ਤੇ ਵਿਰੋਧ ਦਰਜ ਕਰਵਾਉਣ ਦੇ ਹੋਰ ਵੱਖੋ ਵੱਖਰੇ ਤਰੀਕੇ ਆ, ਪਰ ਅੱਗ ਦੀਆਂ ਘਟਨਾਵਾਂ
ਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹੈਗਾ ਵੀ ਅੱਗ ਲਾ ਦਿਓ। ਜੇਕਰ ਲੀਡਰ ਕੋਈ ਕਰਾਉਂਦੇ ਵਿਰੋਧੀ ਪਾਰਟੀਆਂ ਦੇ, ਇਹ ਵੀ ਮਾੜੀ ਗੱਲ ਹੈ। ਵਿਰੋਧ ਦਰਜ ਕਰਾਉਣ ਦੇ 100 ਤਰੀਕੇ ਹੁੰਦੇ ਆ, ਪਰ ਅੱਗ ਦੀਆਂ ਘਟਨਾਵਾਂ ਲੱਗਣ, ਹਿੰਸਕ ਵਾਰਦਾਤਾਂ ਵਾਪਰਨ, ਇਹਦੇ ਅਸੀਂ ਹੱਕ ਦੇ ਵਿੱਚ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਫੌਜ ਦੇ ਵਿੱਚ ਭਰਤੀ ਦੇ ਲਈ ਬਣਾਈ ਗਈ ਅਗਨੀਪਥ ਯੋਜਨਾ ਦੇ ਵਿੱਚ ਸਰਕਾਰ ਦੁਆਰਾ ਏਜ ਲਿਮਟ ਵਧਾਉਣ ਦੇ ਬਾਅਦ ਵੀ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਪੀ, ਬਿਹਾਰ ਤੇ ਤੇਲੰਗਾਨਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਰੇਲਾਂ ਫੂਕ ਦਿੱਤੀਆਂ। ਕਈ ਥਾਵਾਂ ਦੇ ਉੱਤੇ ਰੇਲਵੇ ਟਰੈਕ ਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਵਿਰੋਧ ਦੀ ਅੱਗ ਹੁਣ 13 ਸੂਬਿਆਂ ਦੇ ਵਿੱਚ ਪਹੁੰਚ ਗਈ ਹੈ। ਇਸੇ ਦਰਮਿਆਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ ਹੈ। ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਟ੍ਰੇਨ ਦੇ ਇੱਕ ਡੱਬੇ ਨੂੰ ਅੱਗ ਲਗਾ ਦਿੱਤੀ ਗਈ। ਰੇਲਵੇ ਸਟਾਫ ਨੇ ਤੁਰੰਤ ਪਹੁੰਚ ਕੇ 40 ਯਾਤਰੀਆਂ ਨੂੰ ਬਾਹਰ ਕੱਢ ਕੇ ਸਭ ਦੀ ਜਾਨ ਬਚਾਈ। ਇਹਨਾਂ ਯਾਤਰੀਆਂ ਦੇ ਵਿੱਚ ਬੱਚੇ ਵੀ ਸ਼ਾਮਲ ਸਨ। ਫਿਰੋਜ਼ਾਬਾਦ ਦੇ ਵਿੱਚ ਆਗਰਾ ਲਖਨਊ ਐਕਸਪ੍ਰੈਸ ਵੇ ਦੇ ਉੱਤੇ 4 ਬੱਸਾਂ ਦੇ ਵਿੱਚ ਭੰਨਤੋੜ ਕਰਕੇ ਜਾਮ ਲਾਇਆ ਗਿਆ। ਹਰਿਆਣਾ ਦੇ ਨਾਰਨੌਲ ਦੇ ਵਿੱਚ ਵੀ ਨੌਜਵਾਨਾਂ ਨੇ ਜਾਮ ਲਾਇਆ। ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ ਤੇ ਵੀ ਅੱਗ ਦੀਆਂ ਘਟਨਾਵਾਂ ਵਾਪਰੀਆਂ ਤੇ ਭੰਨਤੋੜ ਹੋਈ ਹੈ। ਇੱਥੇ ਹੋਈਆਂ ਹਿੰਸਕ ਵਾਰਦਾਤਾਂ ਦੇ ਕਰਕੇ ਇੱਕ ਵਿਅਕਤੀ ਦੀ ਮੌਤ ਹੋਈ। ਦੂਜੀ ਮੌਤ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਵਿੱਚ ਹੋਈ ਹੈ। ਮੈਟਰੋ ਰੇਲ ਲਿਮਟਿਡ ਹੈਦਰਾਬਾਦ ਨੇ ਟਵੀਟ ਕਰਕੇ ਕਿਹਾ ਕਿ ਸ਼ਹਿਰ ਦੇ ਵਿੱਚ ਕੁਝ ਗੜਬੜੀ ਦੇ ਕਾਰਨ ਹੈਦਰਾਬਾਦ ਮੈਟਰੋ ਰੇਲ ਦੀਆਂ 3 ਲਾਈਨਾਂ ਨੂੰ ਅਗਲੀ ਸੂਚਨਾ ਤੱਕ ਬੰਦ ਕੀਤਾ ਜਾਂਦਾ ਹੈ। ਰਾਜਸਥਾਨ ਦੇ ਭਰਤਪੁਰ ਜੰਕਸ਼ਨ ਦੇ ਉੱਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਲਹੂ ਲੁਹਾਨ ਕਰ ਦਿੱਤਾ। ਅੰਦੋਲਨ ਦੇ ਕਰਕੇ 200 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ। ਪੂਰੇ ਦੇਸ਼ ਦੇ ਵਿੱਚ 35 ਰੇਲਾਂ ਰੱਦ ਕੀਤੀਆਂ ਗਈਆਂ, ਜਦ ਕਿ 13 ਨੂੰ ਕੁਝ ਸਮੇਂ ਵਾਸਤੇ ਰੱਦ ਕੀਤਾ ਗਿਆ। ਯੂਪੀ ਦੇ ਬਲੀਆ ਖੇਤਰ ਦੇ ਵਿੱਚ ਸਵੇਰੇ 5 ਵਜੇ ਪ੍ਰਦਰਸ਼ਨ ਸ਼ੁਰੂ ਹੋ ਗਿਆ। ਇੱਥੇ ਕਈ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ। ਪੁਲਿਸ ਨੇ ਇੱਕ ਦੰਗਾਕਾਰੀ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਬਿਹਾਰ ਤੇ ਤੇਲੰਗਾਨਾ ਦੇ ਵਿੱਚ ਹਿੰਸਾ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ। ਹਰਿਆਣਾ ਦੇ ਵਿੱਚ ਇੰਟਰਨੈਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਰੇਲਵੇ ਨੇ 316 ਪੈਸੇਂਜਰ ਟ੍ਰੇਨਾਂ ਰੱਦ ਕੀਤੀਆਂ। ਇਹਨਾਂ ਦੇ ਵਿੱਚੋਂ 91 ਨੂੰ ਵਕਤੀ ਤੌਰ ਤੇ ਰੱਦ ਕੀਤਾ ਗਿਆ। ਬਿਹਾਰ ਦੇ ਵਿੱਚ 10 ਟ੍ਰੇਨਾਂ ਫੂਕੀਆਂ ਗਈਆਂ ਨੇ। 12 ਜ਼ਿਲ੍ਹਿਆਂ ਦੇ ਵਿੱਚ ਉੱਥੇ ਇੰਟਰਨੈਟ ਸੇਵਾ 19 ਜੂਨ ਤੱਕ ਬੰਦ ਕਰ ਦਿੱਤੀ ਗਈ ਹੈ। ਅਗਨੀਪਥ ਯੋਜਨਾ ਦੇ ਉੱਤੇ ਪਏ ਰੌਲੇ ਦਰਮਿਆਨ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਅਗਨੀ ਵੀਰਾਂ ਦੀ ਭਰਤੀ ਪ੍ਰਕਿਰਿਆ ਛੇਤੀ ਸ਼ੁਰੂ ਹੋਣ ਵਾਲੀ ਹੈ। ਅਗਲੇ 2 ਮਹੀਨਿਆਂ ਦੇ ਅੰਦਰ joinindianarmy.nic.in ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਸ ਤੋਂ ਬਾਅਦ ਸਾਡੇ ਸੈਨਾ ਭਰਤੀ ਸੰਗਠਨ ਰਜਿਸਟ੍ਰੇਸ਼ਨ ਤੇ ਰੈਲੀ ਦਾ ਵਿਸਥਾਰ ਦੇ ਵਿੱਚ ਪ੍ਰੋਗਰਾਮ ਦੱਸਣਗੇ। ਤੇ ਭਾਰਤੀ ਵਾਯੂ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ VR ਚੌਧਰੀ ਨੇ ਕਿਹਾ ਕਿ ਵਾਯੂ ਸੈਨਾ ਯਾਨੀ ਕਿ ਹਵਾਈ ਸੈਨਾ ਦੀ ਭਰਤੀ ਦੇ ਲਈ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੁੱਖ ਨਾਲ ਕਿ ਇੱਕ ਪਾਸੇ ਅੱਗਾਂ ਲੱਗ ਰਹੀਆਂ ਤੇ ਦੂਜੇ ਪਾਸੇ ਤਰੀਕ ਦੱਸੀ ਜਾ ਰਹੀ ਹੈ ਜੀ ਕਿ 24 ਜੂਨ ਤੋਂ ਭਰਤੀ ਸ਼ੁਰੂ ਹੋ ਜਾਣੀ ਹੈ ਅਗਨੀਵੀਰਾਂ ਦੀ। ਅਗਨੀਵੀਰਾਂ ਦੀ ਭਰਤੀ ਕਰਨੀ ਕਦੋਂ ਕਰਨੀ, ਇਹ ਚਲੋ ਸਰਕਾਰ ਦੇ ਆਪਣੇ ਹੱਥ ਦੇ ਵਿੱਚ ਹੈ, ਪਰ ਲੋਕਾਂ ਦੇ ਜਜ਼ਬਾਤ ਦੀ ਕਦੇ ਕਦਰ ਵੀ ਕਰਨੀ ਚਾਹੀਦੀ ਹੈ। ਲੋਕ ਕਹਿੰਦੇ ਸਿਲੰਡਰ ਮਹਿੰਗਾ ਹੋ ਗਿਆ, ਆਪਾਂ ਕਹਿੰਦੇ ਨਾ ਇਹ ਤਾਂ ਬਾਹਰਲੀਆਂ ਤਾਕਤਾਂ ਦੇ ਕਰਕੇ ਆ, ਕਿਉਂਕਿ ਸਾਡੇ ਤਾਂ ਹੱਥ ਦੇ ਵਿੱਚ ਹੀ ਹੈ ਨਹੀਂ ਤੇਲ ਦੀਆਂ ਕੀਮਤਾਂ, ਨਾ ਸਾਡੇ ਹੱਥ ਦੇ ਵਿੱਚ ਗੈਸ ਦੀਆਂ ਕੀਮਤਾਂ। ਲੋਕ ਕਹਿੰਦੇ ਵੀ ਸਾਡੀ ਰਸੋਈ ਦੇ ਵਿੱਚੋਂ ਸਮਾਨ ਗਾਇਬ ਹੋ ਗਿਆ। ਆਪਾਂ ਕਹਿੰਦੇ ਨੇ ਜੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਰੁਪਈਏ ਦੀ ਕੀਮਤ ਡਿੱਗ ਪਈ ਹੈ। ਇਹ ਆਮ ਲੋਕਾਂ ਨੇ ਥੋੜ੍ਹੀ ਕੀਤਾ। ਹੁਣ ਲੋਕ ਇਸ ਵੇਲੇ ਪ੍ਰਦਰਸ਼ਨ ਕਰ ਰਹੇ ਆ। ਆਪਾਂ ਕਹਿੰਦੇ ਵੀ ਭਾਈ ਇਹ ਤਾਂ ਸਮਾਜ ਵਿਰੋਧੀ ਤਾਕਤਾਂ ਦੇ ਨਤੀਜੇ ਹੈਗੇ ਆ। ਲੋਕ ਇਹ ਗੱਲ ਕਹਿੰਦੇ ਵੀ ਸਾਨੂੰ ਤੁਹਾਡਾ ਆਹ ਨਿਯਮ ਮਨਜ਼ੂਰ ਨਹੀਂ। ਆਪਾਂ ਕਹਿੰਦੇ ਜੀ ਇਹ ਤਾਂ ਲੋਕ ਹੀ ਸਾਡੇ ਨਹੀਂ। ਹਾਲੇ ਤਾਂ ਉਹ ਵੀ ਮੇਰਾ ਖਿਆਲ ਵੀ ਸਮਾਂ ਨੇੜੇ ਆਊਗਾ ਜੇਕਰ ਆਹ ਪ੍ਰਦਰਸ਼ਨ ਚੱਲਦੇ ਰਹੇ ਕਿ ਜੀ ਹੋਰ ਦੇਸ਼ਾਂ ਦੀਆਂ ਤਾਕਤਾਂ ਇਹਦੇ ਵਿੱਚ ਘੁਸਪੈਠ ਕਰ ਚੁੱਕੀਆਂ ਹਨ, ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ। ਮੇਰੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ, ਸ਼ਾਇਦ ਤੁਸੀਂ ਸਹਿਮਤ ਹੋਵੋ ਇਸ ਗੱਲ ਦੇ ਨਾਲ। 4 ਸਾਲ ਦੇ ਲਈ ਠੇਕੇ ਦੇ ਉੱਤੇ ਫੌਜੀ ਭਰਤੀ ਅਸੀਂ ਕਰ ਰਹੇ ਹਾਂ, ਪਰ ਤੁਸੀਂ ਇਹਦੇ ਦੂਰਰਸੀ ਨਤੀਜੇ ਲੱਭ ਕੇ ਦੇਖੋ। ਜਦੋਂ ਬੰਦੇ ਨੂੰ ਪਤਾ ਜੀ ਕਿ ਨਾ ਮੈਨੂੰ ਪੈਨਸ਼ਨ ਮਿਲਣੀ ਆ, ਨਾ ਮੈਨੂੰ ਇੱਥੇ ਕੋਈ ਭੱਤਾ ਮਿਲਣਾ, 4 ਸਾਲ ਦੇ ਲਈ ਮੈਂ ਆਪਣਾ ਕੰਮ ਕਰਨਾ, ਬਾਅਦ ਦੇ ਵਿੱਚ ਮੈਂ ਆਪਦੇ ਘਰੇ ਸਰਕਾਰ ਨੇ ਮੇਰੀ ਸਾਰ ਨਹੀਂ ਲੈਣੀ, ਨਾ ਮੈਨੂੰ ਕਿਸੇ ਹੋਰ ਨੌਕਰੀ ਦੇ ਵਿੱਚ ਕਦੇ ਪਹਿਲ ਮਿਲਣੀ ਆ। 75% ਬੰਦੇ ਇੱਦਾਂ ਹੀ ਤੁਰੇ ਫਿਰਨਗੇ ਤੇ 25% ਦੀ ਚੋਣ ਉਹਦੇ ਵਿੱਚੋਂ ਹੋਊਗੀ ਵੀ ਜਿਹੜੇ ਸ਼ਾਇਦ ਰੈਗੂਲਰ ਕੀਤੇ ਜਾਣ। ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਬੰਦਾ ਟ੍ਰੇਨਡ ਹੋ ਗਿਆ, ਹਥਿਆਰ ਚਲਾਉਣਾ ਸਿੱਖ ਗਿਆ, ਬਹਾਦਰੀ ਵੀ ਉਹਦੇ ਅੰਦਰ ਆ, ਉਹ ਹਾਲਾਤ ਨਾਲ ਜੂਝਣਾ ਵੀ ਸਿੱਖ ਗਿਆ, ਉਹ ਟਾਕਰਾ ਵੀ ਕਰਨਾ ਸਿੱਖ ਗਿਆ, ਤੇ ਉਸ ਤੋਂ ਬਾਅਦ ਫਿਰ ਬੇਰੁਜ਼ਗਾਰ ਹੋ ਗਿਆ। ਉਹਦੇ ਕੋਲੇ ਟ੍ਰੇਨਿੰਗ ਸਭ ਤਰ੍ਹਾਂ ਦੀ ਹੈਗੀ ਹੈ, ਕਿਤੇ ਉਹ ਗਲਤ ਅਨਸਰਾਂ ਦੇ ਨਾਲ ਤਾਂ ਨਹੀਂ ਸੰਪਰਕ ਦੇ ਵਿੱਚ ਆਊਗਾ। ਜੋ ਕੁਝ ਇਸ ਵੇਲੇ ਭਾਰਤ ਦੇ ਵਿੱਚ ਚੱਲ ਰਿਹਾ, ਕਿਤੇ ਇਹ ਤਾਂ ਨਹੀਂ ਵੀ ਉਹ ਕਿਤੇ ਗਲਤ ਟਰੈਕ ਦੇ ਉੱਤੇ ਚੜ੍ਹ ਜੇ। ਮੰਨ ਲਓ ਵੀ ਕਿਸੇ ਥਾਂ ਦੇ ਉੱਤੇ ਦੁਸ਼ਮਣ ਦੇ ਨਾਲ ਟਾਕਰਾ ਹੁੰਦਾ ਤੇ ਬੰਦੇ ਨੂੰ ਨੌਕਰੀ ਦੇ ਵਿੱਚੋਂ ਕੱਢਣ ਦੇ ਜਾਂ ਨੌਕਰੀ ਛੱਡਣ ਦੇ ਜਾਂ ਨੌਕਰੀ ਤੋਂ ਲਾਹੁਣ ਦੇ ਸਿਰਫ 8-10 ਦਿਨ 5 ਦਿਨ ਬਾਕੀ ਆ। ਕੀ ਉਹ ਬੰਦਾ ਜਿਹਨੂੰ ਪਤਾ ਕਿ ਨਾ ਮੈਨੂੰ ਪੈਨਸ਼ਨ ਮਿਲਣੀ ਹੈ, ਨਾ ਕੋਈ ਭੱਤਾ ਮਿਲਣਾ, ਮੈਂ 5 ਦਿਨਾਂ ਬਾਅਦ ਰਿਟਾਇਰ ਹੋ ਜਾਣਾ,
ਤੇ ਫਿਰ ਉਹ ਬੰਦਾ ਉਸ ਵੇਲੇ ਦੁਸ਼ਮਣ ਦਾ ਪੂਰੇ ਜਜ਼ਬੇ ਨਾਲ ਮੁਕਾਬਲਾ ਕਰ ਸਕੂਗਾ? ਕੀ ਇਹਦੇ ਨਾਲ ਫੌਜ ਦੇ ਮਨੋਬਲ ਦੇ ਉੱਤੇ ਕੋਈ ਅਸਰ ਨਹੀਂ ਪਊਗਾ? ਇਹ ਉਹ ਸਵਾਲ ਹੈ ਜਿਹੜੇ ਕਿ ਸੋਚੇ ਨਹੀਂ ਜਾ ਰਹੇ। ਗੱਲ ਇਹੀ ਕਹੀ ਜਾ ਰਹੀ ਹੈ ਕਿ ਦੇਖੋ 4 ਸਾਲ ਲਈ ਰੁਜ਼ਗਾਰ ਛੋਟੀ ਗੱਲ ਨਹੀਂ, 4 ਸਾਲ ਲਈ ਰੁਜ਼ਗਾਰ ਛੋਟੀ ਗੱਲ ਨਹੀਂ, ਪਰ 4 ਸਾਲ ਦੇ ਲਈ ਰੁਜ਼ਗਾਰ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ। 4 ਸਾਲ ਦੇ ਰੁਜ਼ਗਾਰ ਬਹੁਤ ਛੋਟੀ ਗੱਲ ਹੈ। 4 ਸਾਲ ਦਾ ਸਮਾਂ ਤਾਂ ਝੱਟ ਨਿਕਲ ਜਾਂਦਾ। 5 ਸਾਲ ਦਾ ਸਮਾਂ ਸਰਕਾਰ ਕਹਿੰਦੀ ਝੱਟ निकल जाता। ਜਦੋਂ ਸਰਕਾਰਾਂ ਇਹ ਗੱਲ ਕਹਿਣੀਆਂ कि हमें 5 वर्ष और दीजिए, 5 साल में तो हम कोई काम नहीं कर सके, ये समय तो बहुत जल्दी निकल गया। जेकर 5 साल जल्दी निकलते पर 4 साल भी बहुत छेती निकलते हैं। सो इस गल दे उत्ते सरकार ने विचार नहीं करनी, उन्होंने गल दसती है। बाकी देखते हैं आउंदे समय दे विच की बनता है, पर हिंसक वारदातां दे असीं खिलाफ हाँ। ये कुछ किते भी नहीं होना चाहिए। जाने जाने एक होर जानकारी देनी बनती है कि पंजाब के साबका कांग्रेसी विधायक जोगिंदरपाल भुआ तो उन्होंने गिरफ्तार किया गया। जोगिंदरपाल भुआ के उत्ते माइनिंग का दोष लगा। इस तो पहला भी कई बार चर्चा दे विच आए आ। एक बार उदों चर्चा दे विच आए सी जदों शायद कोई धार्मिक प्रोग्राम सी, शायद जां कोई होर सी, उहदे विच माइक दे उत्ते बोल रहे सी तो थोड़ा जा रौं दे विच आके बोल रहे सी। एक नौजवान ने यह गल कही सी जोगिंदरपाल होरां नूं कि तूं की कीता हलके लई, पहलां इह दस। ते जनाब ने इस गल दा उत्तर देण दी थां दे उत्ते थाड़ करके मुंडे दे मूँह ते चपेड़ मारी सी ते बाद दे विच उसे मुंडे नूं माफ़ी मंगनी पई सी। गरीब बंदा, मातड़ बंदा। असीं इह तां गल कह सकदे भी उहने तूं क्यों कहा, तुसीं कह के गल करनी चाहिदी। चलो आपां इह गल मंनदे भी सभ्यक गल करनी चाहिदी आ, पर आपां जिहड़ा थप्पड़ मारिया इह भी किहड़ा सभ्यक होण दी निशानी सी? उदों विवाद बड़ा पैदा होया, पर तकड़े दा सत्ती भी ही 100 आ। जनाब हुण हार गए ते माइनिंग दे विच नाम बोलण लग पिया ते उहनां नूं गिरफ्तार कर लिया गया। सो कांग्रेस दे उत्ते साड़ सती चलदी है। इधर साधू सिंह धर्मसोत जेल दे विच है, संगत सिंह गिलजियां दे उत्ते परचा दर्ज है। भारत भूषण आशू का विवाद पैदा होया ते तृप्त रजिंदर सिंह बाजवा दीयां खबरां कई दिन विवादग्रस्त चलदियां रहियां ते हुण जिहड़ी गिरफ्तारी आ वो हो गई है जोगिंदरपाल भुआ दे विधायक दी, साबका दी। सो आउंदे समय दे विच कांग्रेसी होर किहड़े-किहड़े अड़िके आउणगे ते अकाली दल दे किहड़े-किहड़े आगूआं दे उत्ते विजिलेंस दी रडार आऊगी, ये आउण वाला वक्त दसूगा। पर इस वेले इउं लगदा भी जिहनूं नहीं जाणदे उही चंगा, जिहदे बारे घट जानकारी है सिर्फ उही चंगा। सो पंजाब के नेता साबका ने जां वर्तमान ने वो सही तरीके नाल अपना काम करन ते लोकां दी कसवटी दे उत्ते खरे उतरन, इहदी असीं कामना करदे हां। खबरां दोस्तों कई होर भी सन, पर जो वक्त की घाट है ये रुकण दा इशारा कर रही है। कल नूं इसे वेले खबर दी खबर लैके फिर हाज़र होवांगे। हुण दिओ आ गया, बहुत बहुत मेहरबानी।